ਕਿਸਾਨ ਵੀਰੋ, ਕਣਕ ਦੀ ਫਸਲ ਦੇ ਵਿੱਚ ਆਪਾਂ ਕਿਹੜੀਆਂ-ਕਿਹੜੀਆਂ ਖਾਦਾਂ ਪਾ ਕੇ ਆਪਣਾ ਸਹੀ ਝਾੜ ਲੈ ਸਕਦੇ ਹਾਂ, ਤਾਂ ਕਿਹੜੇ ਮੌਕੇ ਦੇ ਵਿੱਚ ਆਪਾਂ ਪਾ ਸਕਦੇ ਹਾਂ, ਇਸ ਬਾਬਤ ਆਪਾਂ ਅੱਜ ਇੱਕ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਮੇਰੇ ਵੱਲੋਂ ਯਾਨੀ ਕਿ ਸੁਖਜਿੰਦਰ ਸਿੰਘ ਵੱਲੋਂ ਆਪ ਸਭ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕਿਸਾਨ ਵੀਰੋ, ਕਣਕ ਝੋਨੇ ਦੇ ਫਸਲੀ ਚੱਕਰ ਦੇ ਵਿੱਚ ਜੇ ਤਾਂ ਤੁਸੀਂ ਪਰਾਲੀ ਨੂੰ ਖੇਤ ਦੇ ਵਿੱਚ ਵਾਹ ਕੇ ਕਣਕ ਦੀ ਬਿਜਾਈ ਕਰ ਰਹੇ ਹੋ ਤਾਂ ਫਿਰ ਤਾਂ ਖਾਦਾਂ ਦੀ ਲੋੜ ਲਗਭਗ 20 ਤੋਂ 25% ਘੱਟ ਜਾਂਦੀ ਹੈ। ਪਰ ਜੇ ਤੁਸੀਂ ਪਰਾਲੀ ਚੁਕਵਾਈ ਹੈ ਜਾਂ ਪਰਾਲੀ ਨੂੰ ਅੱਗ ਲਾ ਕੇ ਤੁਸੀਂ ਕਣਕ ਬੀਜ ਰਹੇ ਹੋ ਤਾਂ ਫਿਰ ਆਪਾਂ ਨੂੰ ਸੰਤੁਲਿਤ ਮਾਤਰਾ ਵਿੱਚ ਖਾਦਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਪੈ ਜਾਂਦੀ ਹੈ, ਕਿਉਂਕਿ ਬੂਟੇ ਨੂੰ ਚਾਹੀਦੇ ਨੇ 16 ਤੱਤ, ਅਤੇ ਇਹ 16 ਦੇ 16 ਉਦੋਂ ਹੀ ਮਿਲ ਸਕਦੇ ਹੈ ਜਦੋਂ ਆਪਾਂ ਪਰਾਲੀ ਜਾਂ ਨਾੜ ਜਾਂ ਹਰੀ ਖਾਦਾਂ ਜਾਂ ਹੋਰ ਰੂੜੀ ਖਾਦ ਆ ਜਿਹੜੀਆਂ ਮਿੱਟੀ ਦੇ ਵਿੱਚ ਮਿਲਾਵਾਂਗੇ, ਤਾਂ ਹੀ ਮਿੱਟੀ ਦੀ ਜਿਹੜੀ ਸਿਹਤ ਉਹ ਸੁਧਰੇਗੀ ਤਾਂ ਝਾੜ ਵਿੱਚ ਵਾਧਾ ਹੋਵੇਗਾ। ਪਰ ਜੇਕਰ ਆਪਾਂ ਪਰਾਲੀ ਚੁਕਵਾਈ ਹੈ, ਨਾ ਤਾਂ ਰੂੜੀ ਖਾਦ ਪਾਈ ਹੈ, ਨਾ ਹੀ ਪਰਾਲੀ ਵਿੱਚ ਵਾਹੀ ਹੈ, ਸੋ ਉਹਨਾਂ ਹਾਲਾਤਾਂ ਦੇ ਵਿੱਚ ਆਪਾਂ ਨੂੰ ਸਭ ਤੋਂ ਪਹਿਲਾਂ ਮਿੱਟੀ ਪਰਖ ਕਰਵਾ ਲੈਣੀ ਚਾਹੀਦੀ ਹੈ। ਮਿੱਟੀ ਪਰਖ ਜਿਹੜੀ ਆ ਉਹ ਲਗਭਗ ਆਪ ਜੀ ਨੂੰ 25 ਤੋਂ 30 ਦਿਨ ਪਹਿਲਾਂ ਕਰਵਾ ਲੈਣੀ ਚਾਹੀਦੀ, ਤਾਂ ਕਿ ਸਮੇਂ ਸਿਰ ਉਹਦਾ ਰਿਜ਼ਲਟ ਮਿਲ ਸਕੇ। ਬਿਜਾਈ ਵੇਲੇ ਆਪਾਂ ਨੂੰ ਜਿਹੜੀ ਯੂਰੀਆ ਹੈ ਉਹ ਲਗਭਗ 20 ਕਿਲੋ ਪਾਉਣੀ ਚਾਹੀਦੀ ਹੈ। ਜੇ ਤੁਸੀਂ DAP ਖਾਦ ਦੀ ਵਰਤੋਂ ਕਰ ਰਹੇ ਹੋ ਤਾਂ ਆਪਾਂ ਨੂੰ ਇਹ 20 ਕਿਲੋ ਖਾਦ ਦੀ ਮਾਤਰਾ ਜਿਹੜੀ ਹੈ ਸਕਿਪ ਕਰ ਲੈਣੀ ਚਾਹੀਦੀ, ਨਹੀਂ ਪਾਉਣੀ ਚਾਹੀਦੀ। ਪਰ ਜੇ ਤੁਸੀਂ ਹੋਰਨਾਂ ਖਾਦਾਂ ਨਾਲ ਜਿਹੜੀ ਆਪਾਂ ਅਗਾਂਹ ਗੱਲ ਵੀ ਕਰਾਂਗੇ ਉਹ ਪਾ ਰਹੇ ਹੋ ਤਾਂ ਆਪਾਂ ਨੂੰ 20 ਕਿਲੋ ਜਿਹੜੀ ਯੂਰੀਆ ਖਾਦ ਉਹਦੀ ਸਖਤ ਜ਼ਰੂਰਤ ਪੈਂਦੀ ਹੈ। ਇਹ 20 ਕਿਲੋ ਆਪਾਂ ਨਹੀਂ ਪਾਉਂਦੇ, ਇਹਦੇ ਕਾਰਨ ਹੀ ਆਪਾਂ ਨੇ ਨਦੀਨਾਂ ਦੀ ਸਮੱਸਿਆ ਜਿਹੜੀ ਆ ਉਹ ਗਾਂਹ ਜਾ ਕੇ ਆਉਂਦੀ ਹੈ, ਕਿਉਂਕਿ ਆਪਾਂ ਜਦੋਂ ਵੀ ਯੂਰੀਆ ਛੱਟਾ ਦੇਣਾ ਹੈ, ਕੱਖਾਂ ਨੇ ਬਾਹਰ ਨਿਕਲਣਾ ਹੈ, ਨਦੀਨ ਹੋਣੇ ਨੇ, ਉਦੋਂ ਤੱਕ ਆਪਾਂ ਸਪਰੇਅ ਜਿਹੜੇ ਹੈ ਉਹ ਖ਼ਤਮ ਕਰ ਚੁੱਕੇ ਹਨ, ਤਾਂ ਹੀ ਨਦੀਨਾਂ 'ਤੇ ਕੰਟਰੋਲ ਨਹੀਂ ਹੁੰਦਾ। ਸੋ ਕਿਸਾਨ ਵੀਰ ਬਿਜਾਈ ਵੇਲੇ 20 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਰੂਰ ਪਾਇਆ ਕਰੋ। ਯੂਰੀਆ ਦੀ ਦੂਸਰੀ ਕਿਸ਼ਤ ਜਿਹੜੀ ਹੈ ਜੀ ਉਹ ਲਗਭਗ ਆਪਾਂ 20-21 ਦਿਨ ਬਾਅਦ ਪਾ ਸਕਦੇ ਹਾਂ, ਜਾਂ ਕਹਿ ਲਓ ਪਹਿਲੇ ਪਾਣੀ ਦੇ ਨਾਲ ਫਿਰ ਦੂਸਰੀ ਕਿਸ਼ਤ ਦੂਸਰੇ ਪਾਣੀ ਦੇ ਨਾਲ। ਇੰਝ ਟੋਟਲ ਆਪਣੀ ਯੂਰੀਆ ਦੀ ਖਪਤ ਜਿਹੜੀ ਹੈ ਉਹ ਲਗਭਗ 110 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ, ਪ੍ਰਤੀ ਕਿੱਲੇ ਦੇ ਹਿਸਾਬ ਨਾਲ ਖਤਮ ਹੋਵੇਗੀ। ਪਹਿਲੀ ਵਾਰੀ ਜੇ ਆਪਾਂ 20 ਕਿਲੋ ਯੂਰੀਆ ਪਾਈ ਹੈ, ਫਿਰ ਪਹਿਲੇ ਪਾਣੀ ਦੇ ਨਾਲ ਆਪਾਂ 45 ਕਿਲੋ ਯੂਰੀਆ ਜਿਹੜਾ ਲਗਭਗ ਇੱਕ ਥੈਲਾ ਬਣਦਾ ਹੈ ਉਹ ਆਪਾਂ ਪਾ ਸਕਦੇ ਹਾਂ। ਦੁਬਾਰਾ ਆਪਾਂ 45 ਕਿਲੋ ਯੂਰੀਆ ਦੀ ਡੋਜ਼ ਦੇ ਸਕਦੇ ਹਾਂ। ਇੰਨੀ ਕੁ ਡੋਜ਼ ਜਿਹੜੀ ਹੈ ਯੂਰੀਆ ਦੀ ਉਹ ਬਹੁਤ ਜ਼ਿਆਦਾ ਹੁੰਦੀ ਹੈ। ਹਾਂ, ਜੇਕਰ ਤੁਸੀਂ ਰੂੜੀ ਖਾਦ ਦੀ ਵਰਤੋਂ ਕੀਤੀ ਹੈ ਜਾਂ ਕਿਸੇ ਹਰੀ ਖਾਦ ਦੀ ਵਰਤੋਂ ਕੀਤੀ ਹੈ ਜਾਂ ਪਰਾਲੀ ਵਿੱਚ ਵਾਈ ਹੈ, ਪਰਾਲੀ ਜਾਂ ਨਾੜ ਕੋਈ ਹੋਰ ਵਿੱਚ ਵਾਇਆ ਹੈ, ਫਿਰ ਲਗਭਗ ਆਪਾਂ ਨੂੰ 20% ਯੂਰੀਆ ਉਨੀ ਘਟਾ ਲੈਣੀ ਚਾਹੀਦੀ ਹੈ, ਕਿਉਂਕਿ ਇਹਨਾਂ ਤੱਤਾਂ ਵਿੱਚ, ਇਹਨਾਂ ਹਰੀਆਂ ਖਾਦਾਂ ਦੇ ਵਿੱਚ, ਇਹਨਾਂ ਦੇ ਵਿੱਚ ਯੂਰੀਆ ਖਾਦ, ਨਾਈਟ੍ਰੋਜਨ ਖਾਦ ਦੀ ਬਹੁਤਾਤ ਹੁੰਦੀ ਹੈ। ਹੌਲੀ ਹੌਲੀ ਉਹ ਖੇਤ ਨੂੰ ਲੱਗਦੀ ਰਹਿੰਦੀ ਹੈ। ਜ਼ਿਆਦਾ ਖਾਦਾਂ ਪਾਉਣ ਦੇ ਨਾਲ ਕੀ ਹੋਏਗਾ ਜੀ, ਜੇ ਆਪਾਂ ਯੂਰੀਆ ਖਾਦ ਜਾਂ ਤਾਂ ਦੇਰ ਨਾ ਪਾਵਾਂਗੇ ਅਤੇ ਜਾਂ ਫਿਰ ਇੱਕ ਦੀ ਬਜਾਏ 2 ਥੈਲੇ, 2 ਦੀ ਬਜਾਏ 3 ਪਾਵਾਂਗੇ, ਕਿਉਂਕਿ ਕਾਫੀ ਕਿਸਾਨ ਆਪ ਜੀ ਦੇ ਵਾਂਗੂ ਜਿਹੜੇ ਇਹ ਦੇਖ ਰਹੇ ਨੇ ਵੀਡੀਓ, ਕਾਫੀ ਕਿਸਾਨ ਜਿਹੜੇ ਆ ਉਹ 3-3, 4-4 ਥੈਲੇ ਦੀ ਸ਼ਿਕਾਇਤ ਕਰਦੇ ਪਏ ਆਪਾਂ ਪਾਉਂਦੇ ਹਾਂ। ਕਿਸਾਨ ਵੀਰੋ, ਇੱਕ ਨਾ ਖੇਤੀਬਾੜੀ ਦੀ ਭਾਸ਼ਾ ਦੇ ਵਿੱਚ ਲਗਜ਼ਰੀ ਕੰਜ਼ੰਪਸ਼ਨ ਨਾਂ ਦੀ ਡੈਫੀਨੇਸ਼ਨ ਹੈ। ਮਤਲਬ ਜਿੰਨਾ ਕੁ ਆਪਾਂ ਨੂੰ ਭੁੱਖ ਹੈ ਸਿਰਫ ਆਪਾਂ ਨੂੰ ਓਨਾ ਹੀ ਪਚਾ ਸਕਦੇ ਹਾਂ, ਉਸ ਤੋਂ ਵੱਧ ਖਾਵਾਂਗੇ ਤਾਂ ਅਜਾਇਆ ਜਾਣੀ। ਸੋ ਖਾਦਾਂ ਦੇ ਵਿੱਚ ਵੀ ਇਹੋ ਹੀ ਹੈ ਲਗਜ਼ਰੀ ਕੰਜ਼ੰਪਸ਼ਨ, ਵੀ ਜਿੰਨੀ ਕੁ ਤਾਂ ਬੂਟੇ ਨੂੰ ਜ਼ਰੂਰਤ ਹੈ ਉਨੀ ਕੁ ਬੂਟੇ ਨੇ ਲੈ ਲੈਣੀ ਹੈ, ਉਸ ਤੋਂ ਵੱਧ ਜੇ ਪਾਵਾਂਗੇ ਤਾਂ ਉਹ ਬੇਕਾਰ ਹੀ ਜਾਣੀ ਹੈ, ਜਾਂ ਤਾਂ ਜ਼ਮੀਨ 'ਚ ਜੀਰ ਜਾਣੀ ਹੈ ਜਾਂ ਫਿਰ ਹਵਾ ਦੇ ਵਿੱਚ ਜਾਂ ਫਿਰ ਸੂਰਜ ਦੀ ਰੋਸ਼ਨੀ ਦੇ ਨਾਲ ਉਹ ਖਪਤ ਹੋ ਜਾਣੀ ਹੈ, ਉਹ ਬੂਟੇ ਨੂੰ ਉਹਦਾ ਕੋਈ ਫਾਇਦਾ ਨਹੀਂ। ਸੋ ਕਿਸਾਨ ਵੀ ਘੱਟੋ ਘੱਟ ਯੂਰੀਆ ਦੀ ਵਰਤੋਂ ਵੇਲੇ ਕੁਝ ਨਾ ਕੁਝ ਸੰਕੋਚ ਜ਼ਰੂਰ ਕਰ ਲੈਣ, ਅਤੇ ਜੇ ਆਪਾਂ 2 ਦੀ ਬਜਾਏ 3 ਵਾਰੀ ਜਾਂ 3 ਦੀ ਬਜਾਏ 4 ਵਾਰ ਵੀ ਥੋੜ੍ਹੀ ਮਾਤਰਾ ਵਿੱਚ ਪਾਵਾਂਗੇ ਤਾਂ ਉਹ ਬੂਟੇ ਨੂੰ ਬਿਲਕੁਲ ਸਹੀ ਤਰੀਕੇ ਨਾਲ ਅਤੇ ਸਹੀ ਮਾਤਰਾ ਵਿੱਚ ਲੱਗਦੀ ਰਹੇਗੀ। ਕਿਉਂਕਿ ਜਿੰਨੀ ਵੀ ਆਪਾਂ ਯੂਰੀਆ ਪਾਉਂਦੇ ਉਹ ਸਾਰੀ ਦੀ ਸਾਰੀ ਬੂਟੇ ਨਹੀਂ ਲੱਗਦੀ, ਉਹਦੇ ਵਿੱਚੋਂ ਅੱਧੀ ਤੋਂ ਵੱਧ ਉਹ ਖਰਾਬ ਹੀ ਜਾਂਦੀ ਹੈ। ਸੋ ਹੁਣ
ਦੂਸਰੀ ਖਾਦ ਦੀ ਗੱਲ ਕਰਦੇ ਹਾਂ ਜਿਹੜੀ ਕਿ ਆਪਾਂ ਬਿਜਾਈ ਵੇਲੇ ਪਾਉਣੀ ਹੈ, ਉਹ ਹੈਗੀ ਹੈ DAP, ਜਿਹਨੂੰ ਆਪਾਂ ਡਾਇਆ ਖਾਦ ਵੀ ਕਹਿੰਦੇ ਹਾਂ ਜਾਂ ਡਾਈ ਅਮੋਨੀਅਮ ਫਾਸਫੇਟ ਵੀ ਕਹਿੰਦੇ ਹਾਂ। ਫਾਸਫੇਟ ਖਾਦ ਦੀ ਜ਼ਰੂਰਤ ਜੀ ਆਪਾਂ ਨੂੰ ਬਿਜਾਈ ਵੇਲੇ ਜ਼ਰੂਰ ਹੁੰਦੀ ਹੈ, ਪਰ ਫਾਸਫੇਟ ਖਾਦ ਦਾ ਇੱਕ ਨੁਕਤਾ ਇਹ ਹੈ ਕਿ ਇਹ ਸਰਦੀਆਂ ਵਿੱਚ ਬਹੁਤ ਘੱਟ ਖੁਰਦੀ ਹੈ ਅਤੇ ਗਰਮੀਆਂ ਦੇ ਵਿੱਚ ਇੱਕਦਮ ਲੱਗ ਜਾਂਦੀ ਹੈ। ਸੋ ਇਸ ਲਈ ਆਪਾਂ ਕਿਸਾਨ ਵੀਰਾਂ ਨੂੰ ਅਪੀਲ ਵੀ ਕਰਦੇ ਹਾਂ ਕਿ ਫਾਸਫੇਟ ਖਾਦ ਜਿਹੜੀ ਹੈ ਉਹ ਕਣਕ ਨੂੰ ਪਾਇਆ ਕਰੋ, ਝੋਨੇ ਨੂੰ ਪਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਜਿਹੜੀ ਕਣਕ ਵਿੱਚ ਪਾਈ ਉਹਦਾ 20% ਹੀ ਬੂਟੇ ਨੂੰ ਲੱਗਣਾ, 80% ਉਹ ਜ਼ਮੀਨ ਦੇ ਵਿੱਚ ਹੀ ਪਈ ਰਹਿੰਦੀ ਹੈ। ਪਹਿਲਾਂ ਆਪਾਂ ਗੱਲ ਕਰ ਲਈਏ ਕਿੰਨੀ ਮਾਤਰਾ ਵਿੱਚ ਪਾਉਣੀ ਚਾਹੀਦੀ ਹੈ। ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਨੂੰ ਲਗਭਗ 50-55 ਕਿਲੋ DAP ਖਾਦ ਦੀ ਜ਼ਰੂਰਤ ਪੈ ਜਾਂਦੀ ਹੈ। ਜੇ ਆਪਾਂ ਫਾਸਫੇਟ ਕਿਲੋਗ੍ਰਾਮ ਦੇ ਹਿਸਾਬ ਨਾਲ ਕਰੀਏ ਤਾਂ 25 ਕਿਲੋ ਪ੍ਰਤੀ ਏਕੜ, ਅਤੇ ਜੇ ਆਪਾਂ ਡਾਇਆ ਦੀ ਬੋਰੀ ਦੇ ਹਿਸਾਬ ਨਾਲ ਗੱਲ ਕਰੀਏ ਤਾਂ 50-55 ਕਿਲੋ ਪ੍ਰਤੀ ਏਕੜ ਬਿਜਾਈ ਵੇਲੇ ਸਿਰਫ। ਇਹ DAP ਖਾਦ ਜਿਹੜੀ ਹੈ ਇਹ ਆਪਾਂ ਨੂੰ ਕਿਸੇ ਵੀ ਫਸਲ ਦੇ ਵਿੱਚ ਬਾਅਦ ਦੇ ਵਿੱਚ ਪਾਉਣ ਦਾ ਕੋਈ ਫਾਇਦਾ ਨਹੀਂ ਹੈ ਸਿਵਾਏ ਝੋਨੇ ਦੇ, ਕਿਉਂਕਿ ਝੋਨਾ ਇੱਕ ਖੜੀ ਪਾਣੀ ਦੀ ਫਸਲ ਹੈ। ਕਣਕ ਦੇ ਵਿੱਚ ਆਪਾਂ ਸਿਰਫ ਇਹ 50-55 ਕਿਲੋ DAP ਬਿਜਾਈ ਵੇਲੇ ਹੀ ਪਾਉਣੀ ਹੈ। ਸਾਡੇ ਪਿਛਲੇ ਕਾਫੀ ਲੰਬੇ ਸਮੇਂ ਦੇ ਤਜਰਬੇ ਇਹ ਕਹਿ ਰਹੇ ਨੇ ਕਿ ਕਿਸਾਨ ਵੀ ਪਿਛਲੇ 10-15 ਸਾਲਾਂ ਤੋਂ DAP ਖਾਦ ਦੀ ਵਰਤੋਂ ਕਰਦਾ ਆ ਰਿਹਾ, ਜਿਹਦੇ ਕਾਰਨ ਕੀ ਹੈ ਜੀ, ਇੱਕ ਤਾਂ ਜ਼ਮੀਨ ਦੇ ਵਿੱਚ ਤਹਿ ਵੱਜ ਰਹੀ ਹੈ, ਸਖਤ ਤਹਿ ਵੱਜ ਰਹੀ ਹੈ। ਕੁਛ ਵੀ ਆਪਾਂ ਪਾਉਂਦੇ ਹਾਂ ਅਤੇ ਉਹ ਜ਼ਮੀਨ ਨੂੰ ਜਾਂ ਮਿੱਟੀ ਨੂੰ ਨਹੀਂ ਲੱਗਦਾ, ਨਾ ਹੀ ਪੌਦੇ ਨੂੰ ਲੱਗਦਾ, ਤਾਂ ਹੀ ਕਿਸਾਨ ਵੀਰ 4-4 5-5 ਯੂਰੀਆ ਦੇ ਥੈਲੇ ਪਾ ਦਿੰਦੇ, ਪਰ ਉਹ ਬੂਟੇ ਦੀ ਫਸਲ ਨੂੰ ਜਾਂ ਫਸਲ ਨੂੰ ਨਹੀਂ ਲੱਗਦਾ। ਸੋ ਇਹਨਾਂ ਹਾਲਾਤਾਂ ਦੇ ਵਿੱਚ ਆਪਾਂ ਕੀ ਕਰ ਸਕਦੇ, ਕੀ ਹੋਰ ਸਾਡੇ ਕੋਲ ਅਲਟਰਨੇਟਿਵ ਹੈਗੇ ਹੈ ਵੀ ਆਪਾਂ DAP ਨਾ ਪਾਈਏ, ਉਸ ਜਗ੍ਹਾ 'ਤੇ ਕੋਈ ਦੂਸਰੀ ਖਾਦ ਪਾ ਲਈਏ ਜਿਹਦੇ ਨਾਲ ਕਿ ਆਪਣਾ ਫਾਸਫੋਰਸ ਤੱਤ ਜਿਹੜਾ ਹੈ ਉਹ ਪੂਰਾ ਹੋ ਸਕੇ। ਸੋ ਕੋਸ਼ਿਸ਼ ਤਾਂ ਆਪਾਂ ਨੂੰ ਇਹ ਕਰਨੀ ਚਾਹੀਦੀ ਕਿ ਆਪਾਂ ਨੂੰ ਖੇਤ ਵਿੱਚ DAP ਖਾਦ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਹਦੀ ਜਗ੍ਹਾ 'ਤੇ ਆਪਾਂ ਨੂੰ ਸਿੰਗਲ ਸੁਪਰ ਫਾਸਫੇਟ, ਇਹ ਖਾਦ ਜਿਹੜੀ ਜਿਹਦੇ ਵਿੱਚ 16% ਜਿਹੜਾ ਹੈ 16% ਜਿਹੜਾ ਹੈ ਫਾਸਫੋਰਸ ਤੱਤ ਹੁੰਦਾ ਹੈ, ਉਹ ਪਾ ਸਕਦੇ। ਇਹ ਕਿੰਨਾ ਪੈ ਸਕਦਾ ਜੀ, ਇਹ ਲਗਭਗ 155 ਕਿਲੋ, ਲਗਭਗ 2.5 ਤੋਂ 3 ਥੈਲੇ ਜਿਹੜੇ ਹੈ ਆਪਾਂ ਸੁਪਰ ਦੇ ਪਾ ਸਕਦੇ ਹਾਂ। ਇੱਕ ਬੈਗ ਤੁਹਾਡਾ DAP ਦਾ ਅਤੇ ਲਗਭਗ 2.5 ਤੋਂ 3 ਬੈਗ ਜਿਹੜੇ ਤੁਹਾਡੇ ਸਿੰਗਲ ਸੁਪਰ ਫਾਸਫੇਟ ਦੇ ਇੱਕੋ ਬਰਾਬਰ ਕੰਮ ਕਰਨਗੇ। ਈਵਨ ਤੁਹਾਡੀ ਜਿਹੜੀ ਜੀ ਸਿੰਗਲ ਸੁਪਰ ਫਾਸਫੇਟ ਹੈ ਉਹ ਡਾਇਆ ਨਾਲੋਂ ਸਸਤੀ ਬੈਠੇਗੀ, ਪਰ ਡਾਇਆ ਸੁਪਰ ਪਾਉਣ ਦਾ ਆਪਾਂ ਨੂੰ ਇਹ ਫਾਇਦਾ ਰਹੇਗਾ, ਇਹਦੇ ਵਿੱਚ 2-3 ਤੱਤ ਹੋਰ ਹੈ, ਇੱਕ ਤੁਹਾਡਾ ਕੈਲਸ਼ੀਅਮ ਅਤੇ ਇੱਕ ਤੁਹਾਡਾ ਸਲਫਰ। ਜਿਹੜੇ ਖੱਤਿਆਂ ਦੇ ਵਿੱਚ ਤੁਹਾਨੂੰ ਕਲਰ ਦੀ ਸਮੱਸਿਆ ਹੈ ਜਾਂ ਸੇਮ ਦੀ ਸਮੱਸਿਆ ਜ਼ਿਆਦਾ ਹੈ, ਉੱਥੇ ਤਾਂ ਤੁਸੀਂ ਬਿਲਕੁਲ ਡਾਇਆ ਨਹੀਂ ਪਾਉਣੇ, ਉੱਥੇ ਤੁਸੀਂ ਸੁਪਰ ਪਾਓ। ਸੁਪਰ ਦੇ ਵਿੱਚ ਕੈਲਸ਼ੀਅਮ ਵੀ ਹੈ ਅਤੇ ਸਲਫਰ ਵੀ ਹੈ। ਸਲਫਰ ਜਿੱਥੇ ਆਪਾਂ ਸੇਮ ਦੀ ਜਾਂ ਤੁਹਾਡੀ ਕਲਰ ਦੀ ਸਮੱਸਿਆ ਰਹਿੰਦੀ ਹੈ, ਉੱਥੇ ਸਲਫਰ ਤੱਤ ਵਿੱਚ ਜਿਹੜਾ ਸੁਪਰ ਦੇ ਵਿੱਚ ਹੈ ਉਹ ਸਹਾਇਕ ਹੋਵੇਗਾ, ਤੁਹਾਨੂੰ ਵਾਧੂ ਸਲਫਰ ਪਾਉਣ ਦੀ ਜ਼ਰੂਰਤ ਨਹੀਂ ਪਵੇਗੀ। ਸੋ ਧਿਆਨ ਰੱਖੋ ਕਿ ਇਸ ਵਾਰ ਜਿਹਨਾਂ ਕਿਸਾਨ ਵੀਰਾਂ ਨੇ ਕਣਕ ਅਜੇ ਨਹੀਂ ਬੀਜੀ ਅਤੇ ਖਾਦ ਵੀ ਖਰੀਦਣੀ ਹੈ, ਉਹ DAP ਦੀ ਜਗ੍ਹਾ 'ਤੇ ਲਗਭਗ 2.5 ਬੈਗ ਸਿੰਗਲ ਸੁਪਰ ਫਾਸਫੇਟ, ਜਿਹਨੂੰ ਆਪਾਂ ਸੁਪਰ ਵੀ ਕਹਿੰਦੇ ਹਾਂ, ਉਹ ਪਾ ਸਕਦੇ ਹਨ। ਉਹਦਾ ਵਾਧਾ ਹੀ ਹੈ, ਕੋਈ ਘਾਟਾ ਨਹੀਂ ਹੈ ਜੀ। ਸੁਪਰ ਜਿਹੜਾ ਤੱਤ ਹੈ ਜਾਂ ਫਾਸਫੋਰਸ ਤੱਤਵ ਹੈ, ਇਹ ਸਾਡੀ ਜ਼ਮੀਨ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਪਿਆ ਹੋਇਆ ਹੈ। ਤਾਂ ਹੀ ਤਾਂ ਮਾਹਰ ਇਹ ਸਲਾਹ ਦਿੰਦੇ ਆ ਕਿ ਆਪਾਂ ਫਾਸਫੋਰਸ ਤੱਤ ਹੈ ਇਹਨੂੰ ਘਟਾਇਆ ਜਾਏ, ਡਾਇਆ ਖਾਦ ਪਾਉਣ ਤੋਂ ਥੋੜ੍ਹਾ ਜਿਹਾ ਬਹੁਤ ਗੁਰੇਜ਼ ਕੀਤਾ ਜਾਵੇ। ਪਿਛਲੇ ਕਾਫੀ ਲੰਬੇ ਸਮੇਂ ਤੋਂ ਕਿਸਾਨ ਵੀਰ ਅੰਨ੍ਹੇਵਾਹ ਡਾਇਆ ਖਾਦ ਦੀ ਵਰਤੋਂ ਕਰ ਰਹੇ, ਜਿਹਦੇ ਕਾਰਨ ਕਿ ਇੱਕ ਸਖਤ ਹੈ ਜਿਹੜੀ ਲਗਭਗ 15 ਸੈਂਟੀਮੀਟਰ ਦੇ ਆਸ-ਪਾਸ ਹੈ ਜ਼ਮੀਨ ਦੇ ਹੇਠਾਂ, ਉਹ ਵੱਧ ਚੁੱਕੀ ਹੈ, ਜਿਹਦੇ ਕਾਰਨ ਆਪਾਂ ਨੂੰ ਚਿਜ਼ਲਰ ਪਲੋ ਵਗੈਰਾ ਮਾਰਨ ਦੀ ਜ਼ਰੂਰਤ ਪੈਂਦੀ ਹੈ। ਸੋ ਉਹ ਸਖਤ ਤਹਿ ਬਣਨ ਤੋਂ ਆਪਾਂ ਸੁਪਰ ਪਾ ਕੇ ਗੁਰੇਜ਼ ਬਚਾ ਕਰ ਸਕਦੇ ਆਪਣੀ ਜ਼ਮੀਨ ਦਾ, ਕਿਉਂਕਿ ਉਹਦੇ ਵਿੱਚ ਸਲਫਰ ਹੋਣਾ, ਉਹਨੇ ਜ਼ਮੀਨ ਨੂੰ ਭੁਰਭੁਰੀ ਕਰਨਾ, ਤਾਂ ਉਹ ਤੱਤ ਜਿਹੜਾ ਆਪਾਂ ਵਰਤ ਸਕਦੇ ਹਾਂ। ਤੀਸਰਾ ਤੱਤ ਜਿਹੜਾ ਕਣਕ ਨੂੰ ਜ਼ਰੂਰਤ ਪੈਂਦੀ ਉਹ ਹੈਗੀ ਹੈ ਜੀ ਮਿਊਰੇਟ ਆਫ ਪੋਟਾਸ਼। ਮਿਊਰੇਟ ਆਫ ਪੋਟਾਸ਼ ਮਿਰਚਾਂ ਦੇ ਪਾਊਡਰ ਵਾਂਗੂ ਜਾਂ ਇੱਟਾਂ ਦੇ ਰੰਗ ਵਾਂਗੂ ਬਿਲਕੁਲ ਪਤਲਾ ਜਿਹਾ ਚੂਰਾ ਜਿਹਾ ਪਾਊਡਰ ਟਾਈਪ ਖਾਦ ਹੈ। ਇਹਦੀ ਪਹਿਲਾਂ ਤਾਂ ਪੰਜਾਬ ਦੇ ਵਿੱਚ ਅਤੇ ਹਰਿਆਣੇ ਦੇ ਵਿੱਚ ਮਿੱਟੀ ਪਰਖ ਦੇ ਆਧਾਰ 'ਤੇ ਸਿਫਾਰਿਸ਼ ਨਹੀਂ ਸੀ ਹੁੰਦੀ, ਕਿਉਂਕਿ ਆਲਰੇਡੀ ਪਹਿਲਾਂ ਹੀ
ਮਿੱਟੀ ਦੇ ਵਿੱਚ ਸਾਡੇ ਖੇਤਾਂ ਵਿੱਚ ਮੌਜੂਦ ਸੀ, ਪਰ ਹੁਣ 4-5 ਸਾਲਾਂ ਤੋਂ ਇਹਦੀ ਵੀ ਕਮੀ ਆ ਰਹੀ ਹੈ। ਸੋ ਬਿਜਾਈ ਵੇਲੇ ਜੇ ਡਾਇਆ ਖਾਦ ਜਾਂ ਸੁਪਰ ਖਾਦ ਆਪਾਂ ਵਰਤ ਰਹੇ ਹਾਂ ਤਾਂ ਨਾਲ 20 ਕਿਲੋ ਮਿਊਰੇਟ ਆਫ ਪੋਟਾਸ਼, ਜਿਹਨੂੰ ਪੋਟਾਸ਼ ਵੀ ਕਹਿੰਦੇ ਆ, ਇਹ ਆਪਾਂ ਵਰਤ ਸਕਦੇ ਹਾਂ। ਪੋਟਾਸ਼ ਖਾਦ ਦੀ ਵੀ ਲਗਭਗ ਸਸਤੀ ਹੈ ਜੀ, ਕੋਈ ਮਹਿੰਗਾ ਨਹੀਂ। 20 ਕਿਲੋ 50 ਕਿਲੋ ਦਾ ਥੈਲਾ ਲਗਭਗ ਤੁਹਾਡਾ 600-700 ਰੁਪਏ ਦਾ ਆਉਂਦਾ ਹੈ, ਅਤੇ 20 ਕਿਲੋ ਪੈਣੀ ਹੈ ਜੀ। ਇਸ ਤੋਂ ਵੱਧ ਪਾਉਣ ਦਾ ਕੋਈ ਫਾਇਦਾ ਵੀ ਨਹੀਂ ਹੈ, ਲਗਜ਼ਰੀ ਕੰਜੰਪਸ਼ਨ ਵਿੱਚ ਹੀ ਜਾਣੀ ਹੈ। ਸੋ ਕਿਸਾਨ ਵੀਰ 20 ਕਿਲੋ ਪੋਟਾਸ਼ ਖਾਦ ਵੀ ਜ਼ਰੂਰ ਪਾਉਣ ਜਿੱਥੇ ਪਰਾਲੀ 'ਚ ਕਮਾਈ ਹੈ। ਹਾਂ, ਜਿੱਥੇ ਤੁਸੀਂ ਨਾੜ ਜਾਂ ਪਰਾਲੀ ਜਾਂ ਰੂੜੀ ਪਾਈ ਉੱਥੇ ਪੋਟਾਸ਼ ਖਾਦ ਨੂੰ ਤੁਸੀਂ ਸਕਿਪ ਕਰ ਸਕਦੇ ਹੋ। ਇਹ ਤਿੰਨੇ ਖਾਦਾਂ ਜਿਹੜੀਆਂ ਆਪਾਂ ਮਿੱਟੀ ਟੈਸਟ ਦੇ ਆਧਾਰ 'ਤੇ ਪਾਈਏ ਤਾਂ ਆਪਾਂ ਦਾ ਲਾਭ ਹੈ। ਇਸ ਤੋਂ ਬਾਅਦ ਇੱਕ ਹੋਰ ਅਹਿਮ ਨੁਕਤਾ ਹੈ ਜੀ ਆਪਾਂ ਨੂੰ ਕਣਕ ਦੇ ਝਾੜ ਦੇ ਵਿੱਚ ਵਧਾਉਣ ਦਾ, ਉਹ ਹੈਗਾ ਜੀ ਜ਼ਿੰਕ। ਕਈ ਕਿਸਾਨ ਵੀਰ ਕੀ ਕਰਦੇ ਆ ਜੀ, ਉਹ ਬਿਜਾਈ ਵੇਲੇ ਡਾਇਆ ਖਾਦ ਦੇ ਵਿੱਚ ਜ਼ਿੰਕ ਮਿਲਾ ਕੇ ਛੱਟਾ ਦੇ ਦਿੰਦੇ, ਵਿੱਚੇ ਜ਼ਿੰਕ, ਵਿੱਚੇ ਸਲਫਰ, ਵਿੱਚੇ ਯੂਰੀਆ, ਅਤੇ 1-2 ਪਾਊਡਰ ਜਿਹੜੇ ਆ ਉਹ ਵੀ ਵਿੱਚ ਪਾ ਦਿੰਦੇ ਆ। ਉਹ ਤਾਂ ਆਪਣੇ ਵੱਲੋਂ ਫਾਹਾ ਵੜਦੇ ਨੇ, ਪਰ ਕਿਸਾਨ ਵੀਰੋ ਉਹਨਾਂ ਆਪਾਂ ਨੂੰ ਫਾਇਦਾ ਘੱਟ ਅਤੇ ਆਰਥਿਕ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ। ਕਿਉਂਕਿ ਜਿਹੜਾ ਆਪਾਂ ਫੋਸਫੋਰਸ ਤੱਤ ਹੈ ਅਤੇ ਜ਼ਿੰਕ ਪਾ ਰਹੇ ਹਾਂ, ਇਹ ਐਂਟਾਗਨੋਸਟਿਕ ਇਫੈਕਟ ਹੈ। ਸਾਇੰਸ ਦੀ ਭਾਸ਼ਾ ਦੇ ਵਿੱਚ, ਪੰਜਾਬੀ ਵਿੱਚ ਇਹ ਕਹਿ ਸਕਦੇ ਸੱਪ ਸੁੱਟੇ ਦਾ ਵੈਰ ਹੈ। ਜਿੱਥੇ ਤੁਸੀਂ DAP ਪਾਈ ਹੈ ਉੱਥੇ ਘੱਟੋ ਘੱਟ ਵੀ 15-20 ਦਿਨਾਂ ਦਾ ਵਕਵਾ ਹੋਵੇ ਤਾਂ ਹੀ ਜ਼ਿੰਕ ਪਾਉਣੀ ਹੈ। ਸੋ ਜੇ ਤੁਸੀਂ ਬਿਜਾਈ ਵੇਲੇ DAP ਖਾਦ ਨਹੀਂ ਪਾਈ, ਫਿਰ ਤੁਸੀਂ 20 ਤੋਂ 25 ਕਿਲੋ 21% ਵਾਲੀ ਜ਼ਿੰਕ ਖਾਦ ਪਾ ਸਕਦੇ ਹੋ। ਜੇ ਤੁਸੀਂ ਫਾਸਫੋਰਸ ਤੱਤ ਵਾਲੀ DAP ਜਾਂ ਸੁਪਰ ਪਾਈ ਹੈ, ਫਿਰ ਤੁਸੀਂ ਲਗਭਗ ਮਹੀਨੇ ਬਾਅਦ ਤੁਸੀਂ ਇਹਦਾ ਛੱਟਾ ਦੇ ਸਕਦੇ ਹੋ। ਜੇ ਕੋਈ ਕਮੀ ਨਹੀਂ ਦਿਖ ਰਹੀ, ਫਿਰ ਤੁਸੀਂ ਇਹਦਾ ਸਪਰੇਅ ਵੀ ਕਰ ਸਕਦੇ ਹੋ, ਅਤੇ ਇਸ ਦੀ ਕਮੀ ਜਿਹੜੀ ਹੈ ਲਗਭਗ ਇਹ ਤੁਹਾਨੂੰ 30-35 ਦਿਨਾਂ ਬਾਅਦ ਜਦੋਂ ਆਪਾਂ ਨਦੀ ਨਾਸ਼ਕ ਦਵਾਈਆਂ ਦਾ ਸਪਰੇਅ ਕਰਦੇ ਹਾਂ ਉਦੋਂ ਦਿਖਣੀ ਸ਼ੁਰੂ ਹੋ ਜਾਣੀ ਹੈ। ਸੋ ਫਿਲਹਾਲ ਦੀ ਘੜੀ ਆਪਾਂ ਜ਼ਿੰਕ ਖਾਦ ਨੂੰ ਵਰਤਣ ਤੋਂ ਗੁਰੇਜ਼ ਕਰ ਸਕਦੇ ਹਾਂ। ਫਿਰ ਆਪਣੀ ਪੰਜਵੀਂ ਅਤੇ ਅਖੀਰਲੀ ਖਾਦ ਕਣਕ ਨੂੰ ਜਿਹੜੀ ਪੈਂਦੀ ਹੈ, ਉਹ ਛੋਟੇ ਤੱਤਾਂ ਵਿੱਚ ਮੈਗਨੀਜ਼ ਦੀ ਘਾਟ ਆਉਂਦੀ ਹੈ। ਮੈਗਨੀਜ਼ ਦਾ ਆਪਾਂ ਛੱਟਾ ਨਹੀਂ ਦੇਣਾ ਜੀ, ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ, ਕਿਉਂਕਿ ਇਹ ਛੱਟੇ ਨਾਲ ਬਿਲਕੁਲ ਅਜਾਇਆ ਜਾਂਦੀ। ਇਹ ਉਵੇਂ ਹੀ ਹੈ ਜਿੱਦਾਂ ਆਪਾਂ ਲੋਹੇ ਦੀ ਸਿਫਾਰਿਸ਼ ਕਰਦੇ ਹਾਂ ਝੋਨੇ ਦੇ ਵਿੱਚ, ਕਿਉਂਕਿ ਲੋਹਾ ਜਿਹੜਾ ਉਹ ਵੀ ਪੱਤਿਆਂ ਨਾਲ ਅਸਰ ਕਰਦਾ ਝੋਨੇ ਦੇ ਵਿੱਚ। ਕਣਕ ਦੇ ਵਿੱਚ ਮੈਗਨੀਜ਼ ਜਿਹੜੀ ਹੈ ਉਹ ਪੱਤਿਆਂ ਰਾਹੀਂ ਅਸਰ ਕਰਦੀ ਹੈ। ਮੈਗਨੀਜ਼ ਦੀ ਘਾਟ ਜਿੱਥੇ ਕਣਕ ਝੋਨਾ ਲਗਾਤਾਰ ਆਪਾਂ ਲਾ ਰਹੇ ਹਾਂ ਉੱਥੇ ਹੀ ਆਉਂਦੀ ਹੈ। ਸੋ ਕਿਸਾਨ ਵੀਰ ਜਦੋਂ ਪਹਿਲਾਂ ਪਾਣੀ ਲਾਉਂਦੇ ਉਹ ਤੋਂ 2-3 ਦਿਨ ਪਹਿਲਾਂ 1 ਕਿਲੋ ਮੈਗਨੀਜ਼ ਸਲਫੇਟ 200 ਲੀਟਰ ਪਾਣੀ ਦੇ ਵਿੱਚ ਮਿਲਾ ਕੇ 2 ਤੋਂ 3 ਸਪਰੇਆਂ ਕਰ ਸਕਦਾ ਹੈ ਅਤੇ ਮੈਗਨੀਜ਼ ਦੀ ਘਾਟ ਪੂਰੀ ਕਰ ਸਕਦਾ ਹੈ। ਮੈਗਨੀਜ਼ ਦੀ ਘਾਟ ਦੀਆਂ ਨਿਸ਼ਾਨੀਆਂ ਇਹ ਨੇ ਜੀ ਕਿ ਉਹਦੇ ਪੱਤੇ ਦੇ ਵਿਚਕਾਰ ਨਾੜੀਆਂ ਹਰੀਆਂ ਰਹਿੰਦੀਆਂ, ਵਿਚਾਲਾ ਰੰਗ ਜਿਹੜਾ ਉਹ ਹਲਕਾ ਸਲੇਟੀ ਜਿਹੇ ਰੰਗ ਦਾ ਹੋ ਜਾਂਦਾ ਹੈ। ਸੋ ਮੈਗਨੀਜ਼ ਦੀ ਘਾਟ ਕਿਸਾਨ ਵੀਰ 2 ਤੋਂ 3 ਸਪਰੇਆਂ ਨਾਲ ਪੂਰੀ ਕਰ ਸਕਦੇ। ਹੁਣ ਗੱਲ ਆ ਗਈ ਹੈ ਜੀ ਝਾੜ ਦੀ। ਦੇਖੋ ਜੀ ਕਿਸਾਨ ਵੀਰੋ, ਜਦੋਂ ਆਪਾਂ ਇਹ 4-5 ਖਾਦਾਂ ਜਿਹੜੀਆਂ ਮੈਂ ਪਹਿਲਾਂ ਦੱਸ ਚੁੱਕਾ, ਇਹ ਸਹੀ ਮਾਤਰਾ ਵਿੱਚ ਪਾਵਾਂਗੇ ਤਾਂ ਖਾਸ ਕਰਕੇ ਆਪਾਂ ਨੂੰ ਨਾਈਟ੍ਰੋਜਨ ਖਾਦ ਜਿਹੜੀ ਹੈ, ਯੂਰੀਆ ਖਾਦ ਹੈ, ਇਹਦੇ ਵੱਲ ਧਿਆਨ ਦੇਣਾ ਪੈਣਾ। ਵੱਧ ਪਾਵਾਂਗੇ ਅਤੇ ਕੀੜੇ ਮਕੌੜੇ ਵੀ ਲੱਗਣਗੇ, ਬੂਟੇ ਦੀ ਗਰੋਥ ਬਹੁਤ ਜ਼ਿਆਦਾ ਹੋਏਗੀ, ਬੂਟਾ ਡਿੱਗੇਗਾ, ਹਵਾ ਆਏਗੀ, ਹਨੇਰੀ ਆਏਗੀ ਤਾਂ ਇਹ ਬੂਟਾ ਡਿੱਗ ਜਾਂਦੇ ਨੇ। ਸੋ ਉਹਨਾਂ ਹਾਲਾਤਾਂ ਦੇ ਵਿੱਚ ਆਪਾਂ ਨੂੰ ਯੂਰੀਆ ਖਾਦ ਜਿਹੜੀ ਹੈ ਉਹ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਹਵਾ ਜਾਂ ਬਰਸਾਤਾਂ ਵਾਲੇ ਦਿਨਾਂ ਵਿੱਚ ਜੀ ਬਿਲਕੁਲ ਠੰਡ ਹੋ ਜਾਂਦੀ ਹੈ ਤਾਂ ਉਦੋਂ ਵੀ 1-2 ਘਾਟਾਂ ਜਿਹੜੀਆਂ ਕਣਕ ਦੇ ਬੂਟਿਆਂ ਨੂੰ ਆਉਂਦੀਆਂ ਹੈ। ਪਰ ਕਈ ਕਿਸਾਨ ਵੀ ਸਲਫਰ ਜਿਹੜਾ ਤੱਤ ਹੈ ਉਹ ਬਿਜਾਈ ਵੇਲੇ ਪਾਉਣਾ ਸ਼ੁਰੂ ਕਰ ਦਿੰਦੇ। ਕਿਸਾਨ ਵੀਰੋ, ਮੈਂ ਇੱਥੇ ਇਹ ਦੱਸਣਾ ਚਾਹਾਂਗਾ, ਕਣਕ ਦੇ ਬੂਟੇ ਨੂੰ ਸਲਫਰ ਦੀ ਲੋੜ ਨਹੀਂ ਹੈ। ਬਿਨਾਂ ਮਤਲਬ ਤੋਂ ਤੁਸੀਂ ਆਪਣਾ ਖਰਚਾ ਨਾ ਵਧਾਓ। ਸਲਫਰ ਤੱਤ ਦੀ ਜ਼ਰੂਰਤ ਸਿਰਫ ਕਣਕ ਝੋਨੇ ਦੇ ਫਸਲੀ ਚੱਕਰ ਦੇ ਵਿੱਚ, ਜਿੱਥੇ ਜ਼ਮੀਨਾਂ ਹਲਕੀਆਂ ਅਤੇ ਠੰਡ ਦੇ ਵਿੱਚ ਬਰਸਾਤਾਂ ਬਹੁਤ ਜ਼ਿਆਦਾ ਹੋਣ, ਪਾਣੀ ਖੜਾ ਹੋਵੇ, ਉੱਥੇ ਹੀ ਸਲਫਰ ਤੱਤ ਦੀ ਕਮੀ ਮਹਿਸੂਸ ਹੁੰਦੀ ਹੈ, ਉਦੋਂ ਹੀ ਕਮੀ ਆਉਂਦੀ ਹੈ। ਉਹਨਾਂ ਹਾਲਾਤਾਂ ਦੇ ਵਿੱਚ ਆਪਾਂ 100 ਕਿਲੋ ਜਿਪਸਮ ਦਾ ਛੱਟਾ ਪ੍ਰਤੀ ਏਕੜ ਦੇ ਹਿਸਾਬ ਨਾਲ ਦੇ ਸਕਦੇ ਹਾਂ। ਜੇ ਤੁਸੀਂ ਸਿੰਗਲ ਸੁਪਰ ਫਾਸਫੇਟ ਖਾਦ ਪਾਈ ਹੈ ਤਾਂ ਫਿਰ ਤਾਂ ਆਪਾਂ ਨੂੰ ਉਹ ਵੀ ਪਾਉਣ ਦੀ ਜ਼ਰੂਰਤ ਨਹੀਂ ਹੈ। ਇਹਨਾਂ ਹਾਲਾਤਾਂ ਤੋਂ ਇਲਾਵਾ ਮੌਸਮੀ ਔਕੜਾਂ ਜਿਹੜੀਆਂ ਹੁੰਦੀਆਂ, ਮੈਂ ਉਹਦੇ ਵਿੱਚ ਵੀ ਜਿਹੜੀ ਪੋਟਾਸ਼ ਖਾਦ ਪਾਉਂਦੇ ਹਾਂ ਆਪਾਂ, ਉਹ ਕਾਫੀ ਹੱਦ ਤੱਕ ਬੂਟੇ ਦਾ ਰੋਗਾਂ ਪ੍ਰਤੀ ਲੜਨ ਦੀ ਸ਼ਕਤੀ ਪ੍ਰਦਾਨ ਕਰਦੀ ਹੈ।
ਕਹਿ ਲਓ ਕਿ ਜੇ ਬਿਮਾਰੀ ਵਗੈਰਾ ਜ਼ਿਆਦਾ ਲੱਗਦੀ ਹੈ, ਜਿੱਥੇ ਆਪਾਂ ਟਿਲਟ ਦਵਾਈ ਜਾਂ ਪ੍ਰੋਪੀਕੋਨੋਜ਼ੋਲ ਦਵਾਈ ਜਾਂ ਨੈਟੀਵੋ ਦਵਾਈ ਦੇ ਸਪਰੇਅ ਕਰ ਕਰਕੇ ਥੱਕ ਚੁੱਕੇ ਹਾਂ, ਉਹਦਾ ਕਾਰਨ ਕੀ ਹੈ? ਕਿਉਂਕਿ ਬੂਟੇ ਦੀ ਲੜਨ ਦੀ ਸ਼ਕਤੀ ਘੱਟ ਚੁੱਕੀ ਹੈ। ਸੋ ਉੱਥੇ ਆਪਾਂ ਬਿਜਾਈ ਵੇਲੇ ਜੇ ਆਪਾਂ 20 ਕਿਲੋ ਪੋਟਾਸ਼ ਖਾਦ ਪਾਵਾਂਗੇ ਤਾਂ ਬੂਟੇ ਨੂੰ ਇੱਕ ਤੰਦਰੁਸਤ ਅਤੇ ਨਰੋਆ ਜੀਵਨ ਮਿਲੇਗਾ ਅਤੇ ਝਾੜ ਵਿੱਚ ਉਹਦਾ ਅਲਟੀਮੇਟਲੀ ਫਾਇਦਾ ਜ਼ਰੂਰ ਹੋਵੇਗਾ। ਜਿਵੇਂ ਕਿ ਗੱਲ ਕਰ ਚੁੱਕੇ ਹਾਂ ਸਲਫਰ ਤੱਤ ਦੀ। ਸਲਫਰ ਤੱਤ ਆਪਾਂ ਜੇ ਸੁਪਰ ਪਾਉਂਦੇ ਹਾਂ ਤਾਂ ਸੁਪਰ ਨਾਲ ਹੀ ਉਹਦਾ ਹੀ ਮਸਲਾ ਹੱਲ ਹੋ ਸਕਦਾ ਹੈ, ਜਾਂ ਫਿਰ ਤੁਸੀਂ 100 ਕਿਲੋ ਜਿਪਸਮ ਦਾ ਝੱਟਾ ਦੇ ਸਕਦੇ। ਬਾਜ਼ਾਰ ਦੇ ਵਿੱਚ ਜੀ 80% ਸਲਫਰ ਤੱਤ ਜਿਹੜਾ ਵਾ ਉਹ ਮਿਲਦਾ ਹੈ। ਉਹ ਇੱਕ ਉੱਲੀਨਾਸ਼ਕ ਕਹਿ ਲਓ, ਉਹ ਦਵਾਈ ਮਿਲਦੀ ਹੈ, ਬਟ ਉਹਨੂੰ ਖਾਦ ਦੇ ਤੌਰ 'ਤੇ ਵੀ ਆਪਾਂ ਵਰਤ ਸਕਦੇ ਹਾਂ। ਪਰ ਜੇ ਸਲਫਰ ਤੱਤ ਦੀ ਕਮੀ ਨਹੀਂ ਆਈ ਤਾਂ ਆਪਾਂ ਨੂੰ ਸਲਫਰ ਤੱਤ ਪਾਉਣ ਦੀ ਜ਼ਰੂਰਤ ਨਹੀਂ ਹੈ। ਸੋ ਇਹਨਾਂ 4-5 ਖਾਦਾਂ ਨੂੰ ਜੇ ਆਪਾਂ ਸੰਤੁਲਿਤ ਮਾਤਰਾ ਵਿੱਚ ਮਾਹਰਾਂ ਦੇ ਕਹਿਣ 'ਤੇ ਪਾਇਆ ਅਤੇ ਆਪਾਂ ਨੂੰ ਹੋਰ ਕਿਸੇ ਖਾਦ ਦੀ ਜ਼ਰੂਰਤ ਨਹੀਂ ਪੈਂਦੀ। ਕਿਸਾਨ ਵੀ ਨੇੜੇ ਦੇ ਖੇਤੀਬਾੜੀ ਮਾਹਰਾਂ ਨਾਲ ਸੰਪਰਕ ਕਰਕੇ ਹੀ ਖਾਦਾਂ ਪਾਉਣ ਤਾਂ ਕਿ ਉਹਨਾਂ ਦਾ ਖੇਤੀ ਖਰਚਾ ਘੱਟ ਸਕੇ। ਸੋ ਆਸ ਕਰਦਾ ਹੈ ਕਿ ਤੁਹਾਨੂੰ ਇਹਨਾਂ ਨੁਕਤਿਆਂ ਦੇ ਵਿੱਚੋਂ ਕੁਝ ਨਾ ਕੁਝ ਚੰਗਾ ਜ਼ਰੂਰ ਲੱਗਿਆ ਹੋਵੇਗਾ। ਸੋ ਕਿਸਾਨ ਵੀਰ ਇਹ ਮੇਰੀ ਵੀਡੀਓ ਅਗਾਂਹ ਸ਼ੇਅਰ ਵੀ ਕਰ ਸਕਦੇ ਨੇ, ਅਤੇ ਜਿਹੜੇ ਮੇਰੇ ਵੀਰ ਨਵੇਂ ਹਨ ਉਹ ਵੀਡੀਓ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹਨ, ਤਾਂ ਜੋ ਅਗਾਂਹ ਆਉਣ ਵਾਲੀਆਂ ਕੋਈ ਵੀ ਨੋਟੀਫਿਕੇਸ਼ਨ, ਕੋਈ ਵੀ ਵੀਡੀਓ ਉਹ ਸਭ ਤੋਂ ਪਹਿਲ ਦੇ ਆਧਾਰ 'ਤੇ ਤੁਹਾਨੂੰ ਮਿਲੇ। ਧੰਨਵਾਦ ਜੀ।